ਗੁੱਡ ਮਾਰਨਿੰਗ ਮਾਈ ਡੀਅਰ ਸਟੂਡੈਂਟਸ। ਬੇਟਾ ਅੱਜ ਅਸੀਂ ਸ਼ੇਖ ਫਰੀਦ ਜੀ ਦੇ ਜੀਵਨ ਕਾਲ ਬਾਰੇ ਪੜ੍ਹਾਂਗੇ ਤੇ ਉਹਨਾਂ ਦੇ ਜੀਵਨ ਸੰਬੰਧੀ ਕੁਝ ਜਾਣਕਾਰੀ ਨੂੰ ਹਾਸਲ ਕਰਾਂਗੇ। ਸ਼ੇਖ ਫਰੀਦ ਜੀ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਰਚਨਾ ਦਾ ਹੋਰਨਾਂ ਭਗਤਾਂ ਦੀ ਬਾਣੀ ਨਾਲੋਂ ਵਧੇਰੇ ਹੋਣ ਕਰਕੇ ਆਪ ਦੀ ਵਡਿਆਈ ਦਾ ਸਬੂਤ ਮਿਲਦਾ ਹੈ। ਸ਼ੇਖ ਫਰੀਦ ਜੀ ਦਾ ਜਨਮ 1173 ਈਸਵੀ ਦੇ ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮੁਲਤਾਨ ਵਿਖੇ ਪਿਤਾ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਘਰ ਹੋਇਆ। ਆਪ ਦਾ ਪੂਰਾ ਨਾਮ ਕੀ ਸੀ? ਫਰੀਦੋਦੀਨ ਮਸਊਦ ਸੀ। ਫਰੀਦ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੀ ਮਸੀਤ ਦੇ ਵਿੱਚ ਹਾਸਲ ਕੀਤੀ ਸੀ ਤੇ ਮੁਲਤਾਨ ਵਿਖੇ ਮੌਲਾਨਾ ਮਿਨਹਾਜੂਦੀਨ ਦੇ ਮਕਬਰ ਵਿੱਚ ਦਾਖਲ ਹੋ ਗਏ। ਮਕਬਰ ਮੀਨਸ ਕਿ ਮਦਰਸਾ ਹੁੰਦਾ, ਪਾਠਸ਼ਾਲਾ ਹੁੰਦੀ ਹੈ। ਇੱਥੇ ਹੀ ਆਪ ਨੇ ਦਿੱਲੀ ਦੇ ਪ੍ਰਸਿੱਧ ਫਕੀਰ ਖਵਾਜਾ ਕੁਤੁਬਦੀਨ ਬਖਤਿਆਰ ਕਾਕੀ ਜੀ ਦੇ ਮੁਰੀਦ ਬਣੇ, ਭਾਵ ਕਿ ਚੇਲੇ ਬਣੇ। ਰੂਹਾਨੀ ਕਮਾਲ ਪ੍ਰਾਪਤ ਹੋਣ ਤੇ ਕਾਕੀ ਸਾਹਿਬ ਨੇ ਆਪ ਨੂੰ ਦਿੱਲੀ ਤੋਂ ਹਾਂਸੀ ਜਾ ਕੇ ਰਹਿਣ ਤੇ ਇਸਲਾਮ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਕਾਕੀ ਜੀ ਦੇ ਚਲਾਣੇ ਤੋਂ ਬਾਅਦ, ਭਾਵ ਕਿ ਜਦੋਂ ਸਵਰਗਵਾਸ ਹੋ ਗਏ, ਤਾਂ ਆਪ ਉਹਨਾਂ ਦੀ ਗੱਦੀ ਤੇ ਵਿਰਾਜਮਾਨ ਹੋਏ ਤੇ ਫਿਰ ਆਪ ਅਯੁੱਧਨ ਆ ਕੇ ਟਿਕੇ। ਇਸ ਥਾਂ ਦਾ ਨਾਮ ਮਗਰੋਂ ਪਾਕਪਟਨ ਪੈ ਗਿਆ। ਇੱਥੇ ਹੀ 1266 ਈਸਵੀ ਦੇ ਵਿੱਚ ਆਪ ਦਾ ਦੇਹਾਂਤ ਹੋਇਆ ਤੇ ਆਪ ਦੀ ਗੱਦੀ ਚੱਲੀ। ਰਚਨਾ ਤੇ ਕਾਵ ਕਲਾ। ਸ਼ੇਖ ਫਰੀਦ ਜੀ ਨੂੰ ਅਰਬੀ, ਫਾਰਸੀ ਤੇ ਦੇਸੀ ਭਾਸ਼ਾਵਾਂ ਦਾ ਡੂੰਘਾ ਗਿਆਨ ਸੀ। ਆਪ ਦੀ ਰਚਨਾ ਫਾਰਸੀ ਤੇ ਲਹਿੰਦੀ ਪੰਜਾਬੀ ਵਿੱਚ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 112 ਸਲੋਕ ਦਰਜ ਹਨ। ਸਲੋਕਾਂ ਤੋਂ ਬਿਨਾਂ ਫਰੀਦ ਜੀ ਦੇ 4 ਸ਼ਬਦ 2 ਰਾਗ ਆਸਾ ਵਿੱਚ ਤੇ 2 ਸੂਹੀ ਰਾਗ ਦੇ ਵਿੱਚ ਮਿਲਦੇ ਹਨ। ਫਰੀਦ ਜੀ ਇੱਕ ਮਹਾਨ ਸੂਫੀ ਕਵੀ ਸਨ, ਪਰ ਉਹਨਾਂ ਦੇ ਸਮੇਂ ਸੂਫੀ ਮਤ ਅਤੇ ਇਸਲਾਮੀ ਸ਼ਰੀਅਤ ਤੋਂ ਆਜ਼ਾਦ ਨਹੀਂ ਸੀ ਹੋਇਆ ਤੇ ਨਾ ਹੀ ਉਹ ਖੁੱਲ੍ਹ ਖਿਆਲੀ ਤੇ ਮਸਤੀ ਆਈ ਸੀ ਉਸ ਸਮੇਂ, ਜਿਸ ਨੂੰ ਮਗਰੋਂ ਜਾ ਕੇ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਨੇ ਮਾਣਿਆ। ਇਸ ਲਈ ਫਰੀਦ ਜੀ ਦੀ ਰਚਨਾ ਵਿੱਚ ਸੂਫੀ ਵਿਚਾਰਾਂ ਦੇ ਨਾਲ ਨਾਲ ਇਸਲਾਮੀ ਸ਼ਰ੍ਹਾ ਦੀ ਪਾਬੰਦੀ ਵਿੱਚ ਰਹਿਣ ਤੇ ਵੀ ਜ਼ੋਰਦਾਰ ਪ੍ਰੇਰਨਾ ਮਿਲਦੀ ਹੈ। ਭਾਵ ਕਿ ਇਕੱਲਾ ਸੂਫੀ ਮਤ ਦਾ ਹੀ ਪ੍ਰਚਾਰ ਨਹੀਂ ਸੀ, ਇਸਲਾਮ ਮਤ ਦਾ ਵੀ ਪ੍ਰਚਾਰ ਸੀ। ਇਸ ਪ੍ਰਕਾਰ ਨਾਸ਼ਵਾਨਤਾ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਰੱਬ ਦੀ ਭਗਤੀ ਵਿੱਚ ਮਗਨ ਰਹਿਣ ਵਾਲੇ ਸਾਰੇ ਫਕੀਰਾਂ ਵਾਂਗ ਫਰੀਦ ਜੀ ਨੇ ਇਸ ਸੰਸਾਰ ਦੀ ਅਸਾਰਤਾ ਤੇ ਨਾਸ਼ਵਾਨਤਾ ਨੂੰ ਦ੍ਰਿੜਾਇਆ ਹੈ, ਭਾਵ ਕਿ ਸੰਸਾਰਿਕ ਪਦਾਰਥਾਂ ਨੂੰ ਨਾਸ਼ਵਾਨਤਾ ਕਹਿ ਕੇ ਦੱਸਿਆ ਹੈ। ਉਹ ਕਹਿੰਦੇ ਹਨ, ਚੱਲੇ ਚੱਲਣ ਹਾਰ ਵਿਚਾਰਾ ਲਏ ਮਨੋ, ਗੰਢੇਂਦਿਆਂ ਸ਼ੈ ਮਾਰ ਤੁੜੇਂਦਿਆਂ ਹਿੱਕ ਖੀਨੋ। ਇਸ ਜ਼ਿੰਦਗੀ ਨੇ ਫਨਾ ਹੋ ਜਾਣਾ ਹੈ, ਭਾਵ ਕਿ ਖਤਮ ਹੋ ਜਾਣਾ ਹੈ। ਬੁਢਾਪਾ ਤੇ ਮੌਤ ਅਟਲ ਹੈ, ਵੀ ਬੁਢਾਪਾ ਵੀ ਆਉਣਾ ਹੈ, ਮੌਤ ਵੀ ਆਉਣੀ ਹੈ, ਇਸ ਤੋਂ ਕੋਈ ਵੀ ਨਹੀਂ ਬਚ ਸਕਦਾ। ਇਸ ਲਈ ਸ਼ੁਭ ਕਰਮ ਤੇ ਨੇਕ ਕਮਾਈ ਕਰਨੀ ਚਾਹੀਦੀ ਹੈ ਤਾਂ ਜੋ ਰੱਬ ਦੇ ਦਰਬਾਰ ਦੇ ਵਿੱਚ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ। ਫਰੀਦ ਜੀ ਕਹਿੰਦੇ ਹਨ, ਫਰੀਦਾ ਜਿਨੀ ਕੰਮੀ ਨਾਏ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੀਏ ਸਾਈਂ ਦੇ ਦਰਬਾਰ। ਫਰੀਦ ਜੀ ਦੇ ਨਾਸ਼ਵਾਨਤਾ ਸੰਬੰਧੀ ਭਾਵਾਂ ਨੂੰ ਨਿਰਾਸ਼ਵਾਦ ਕਰਾਰ ਦੇਣਾ ਠੀਕ ਨਹੀਂ, ਕਿਉਂਕਿ ਫਰੀਦ ਜੀ ਦੀ ਸੁਰ ਮਨੁੱਖ ਵਿੱਚ ਢਾਹੂ ਰੁਚੀ ਨਹੀਂ ਪੈਦਾ ਕਰਦੀ, ਸਗੋਂ ਨਿਮਰਤਾ, ਸਬਰ, ਸ਼ੁਕਰ ਤੇ ਸਹਿਣਸ਼ੀਲਤਾ ਦਾ ਸੁਨੇਹਾ ਦੇ ਕੇ ਮਨ ਨੂੰ ਠੰਡਾ ਪਾਉਂਦੀ ਹੈ। ਭਾਵ ਕਿ ਉਹ ਨਿਰਾਸ਼ਤਾ ਵੱਲ ਨਹੀਂ ਜਾਂਦੇ ਤੇ ਆਪ ਵੀ ਨਹੀਂ ਜਾਂਦੇ ਤੇ ਦੂਜਿਆਂ ਨੂੰ ਵੀ ਇਹਨਾਂ ਚੀਜ਼ਾਂ ਵੱਲ ਰੁਚੀ ਪੈਦਾ ਨਹੀਂ ਕਰਨ ਦਿੰਦੇ। ਗੁਰੂ ਦੀ ਸ਼ਰਨ। ਸੰਸਾਰਿਕ ਮੋਹ ਮਾਇਆ ਵੱਲੋਂ ਉਪਰਾਲ ਹੋ ਕੇ ਭਗਤੀ ਕਮਾਉਣ ਲਈ ਗੁਰੂ ਤੋਂ ਬਿਨਾਂ ਠੀਕ ਅਗਵਾਈ ਨਹੀਂ ਮਿਲ ਸਕਦੀ। ਹਰ ਇੱਕ ਨੂੰ ਗੁਰੂ ਦੀ ਮਦਦ ਲੈਣੀ ਹੀ ਪੈਂਦੀ ਹੈ। ਪਰਮਾਤਮਾ ਤੱਕ ਜਾਣ ਲਈ, ਪਰਮਾਤਮਾ ਨੂੰ ਮਿਲਣ ਦੇ ਲਈ ਸਾਨੂੰ ਇੱਕ ਗੁਰੂ ਦੀ ਜ਼ਰੂਰਤ ਪੈਂਦੀ ਹੈ। ਇਸ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਜਾਣ ਦੇ ਲਈ ਸਾਨੂੰ ਆਪਣੇ ਗੁਰੂ ਨੂੰ ਧਾਰਨ ਕਰ ਲੈਣਾ ਚਾਹੀਦਾ ਹੈ, ਗੁਰੂ ਨੂੰ ਅਪਣਾ ਲੈਣਾ ਚਾਹੀਦਾ ਹੈ। ਫਰੀਦ ਜੀ ਗੁਰੂ ਦੀ ਸ਼ਰਨ ਲੈ ਕੇ ਉਸਦੇ ਦੱਸੇ ਰਾਹ ਨੂੰ ਅਪਣਾਉਣਾ ਆਪਣਾ ਧਰਮ ਕਰਤੱਵ ਮੰਨਦੇ ਹਨ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮੁਰੀਦਾ ਝੋਲੀਏ। ਸੱਚੇ ਗੁਰੂ ਦਾ ਲੜ ਫੜ ਕੇ 100 ਔਕੜਾਂ ਝਾਗ ਕੇ, ਮੀਨਸ ਕਿ
ਸਹਿਣ ਕਰਕੇ ਵੀ ਉਸਦੇ ਚਰਨਾਂ ਵਿੱਚ ਪੁੱਜਣ ਦਾ ਯਤਨ ਕੀਤਾ ਜਾਂਦਾ ਹੈ। ਸੱਚੇ ਗੁਰੂ ਦਾ ਲੜ ਫੜ ਕੇ ਹੀ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਨ। ਫਰੀਦ ਕਹਿੰਦੇ ਹਨ, ਭਿੱਜਿਓ ਸੀਜਿਓ ਕੰਬਲੀ ਅਲਹ ਵਰਸਿਓ ਮੇ ਜਾਏ ਮਿਲਾ ਤਿੰਨਾ ਸੱਜਣਾ ਟੁੱਟੇ ਨਾਹੀ ਨੇ ਨਿਮਰਤਾ। ਵਾਹਿਗੁਰੂ ਜੀ ਦੀ ਇਹ ਨੇੜਤਾ ਪ੍ਰਾਪਤ ਕਰਨ ਲਈ ਬਾਬਾ ਫਰੀਦ ਜੀ ਨਿਮਰਤਾ ਨੂੰ ਇੱਕ ਸਾਧਨ ਦੱਸਦੇ ਹੋਏ ਲਿਖਦੇ ਹਨ, ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾ ਨ ਮਾਰੇ ਘੁੰਮ ਆਪਣੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਫਰੀਦ ਜੀ ਕਹਿੰਦੇ ਹਨ ਕਿ ਨਿਮਰਤਾ ਧਾਰਨ ਕਰਨ ਨਾਲ ਹੀ ਕੋਮਲ ਚਿੱਤ ਬਣ ਕੇ ਫਰੀਦ ਜੀ ਕਿਸੇ ਦਾ ਦਿਲ ਦਿਖਾਉਣਾ ਇੱਕ ਵੱਡਾ ਪਾਪ ਸਮਝਦੇ ਹਨ। ਭਾਵ ਕਿ ਸਾਨੂੰ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਹੈ, ਹਮੇਸ਼ਾ ਨਿਮਰਤਾ ਦੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਫਰੀਦ ਜੀ ਕਹਿੰਦੇ ਹਨ, ਇੱਕ ਫਿੱਕਾ ਨਾ ਗਾਲੀਏ ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹਿ ਠਾਏ ਮਾਣਕ ਸਭ ਅਮੋਲ ਵੀ। ਰੱਬ ਦੀ ਰਜ਼ਾ ਦੇ ਵਿੱਚ ਸਾਨੂੰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਰੱਬ ਵਿੱਚ ਲੀਨ ਹੋਣ ਲਈ ਉਸਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਬਹੁਤ ਜ਼ਰੂਰੀ ਹੈ। ਇਹ ਮੰਨ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਜੋ ਕਰਦਾ ਹੈ ਉਹ ਚੰਗੇ ਲਈ ਹੀ ਕਰਦਾ ਹੈ। ਫਰੀਦ ਜੀ ਸਿੱਖ ਗੁਰੂ ਸਾਹਿਬਾਂ ਵਾਂਗ ਇਸ ਵਿਚਾਰ ਨੂੰ ਪ੍ਰਗਟ ਕਰਦੇ ਹੋਏ ਲਿਖਦੇ ਹਨ, ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ। ਫਰੀਦ ਜੀ ਅਨੁਸਾਰ ਵਾਹਿਗੁਰੂ ਦੇ ਭਾਣੇ ਵਿੱਚ ਰਾਜੀ ਰਹਿਣ ਵਾਲਾ ਉਸਦੀ ਨੇੜਤਾ ਪ੍ਰਾਪਤ ਕਰ ਲੈਂਦਾ ਹੈ। ਹਉਮੈ ਦਾ ਰੋਗ ਖਤਮ ਹੋ ਜਾਂਦਾ ਹੈ, ਪ੍ਰਭੂ ਪ੍ਰੇਮ ਲਈ ਰਸਤਾ ਸਾਫ਼ ਹੋ ਜਾਂਦਾ ਹੈ। ਇਸ ਪ੍ਰਕਾਰ ਰੱਬ ਦੀ ਰਜ਼ਾ ਦੇ ਵਿੱਚ ਹੀ ਸਾਨੂੰ ਰਾਜੀ ਰਹਿਣਾ ਚਾਹੀਦਾ ਹੈ। ਪ੍ਰਭੂ ਨਾਲ ਪ੍ਰੇਮ ਪਾ ਕੇ ਰੱਖਣਾ ਚਾਹੀਦਾ ਹੈ। ਪ੍ਰਭੂ ਦੀ ਦਰਸ਼ਨ ਦੀ ਤਾਂਘ ਮਨ ਵਿੱਚ ਵਿਰਹੋਂ ਦਾ ਭਾਂਬੜ ਬਾਲ ਦਿੰਦੀ ਹੈ। ਵੀ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਇਹ ਇੱਛਾ ਧਾਰਨ ਕਰ ਲਈਏ ਕਿ ਅਸੀਂ ਪਰਮਾਤਮਾ ਨੂੰ ਪਾਉਣਾ ਹੀ ਹੈ, ਤਾਂ ਸਾਡਾ ਜਿਹੜਾ ਵਿਰਹੋਂ ਆ, ਵਿਛੋੜੇ ਦਾ ਜਿਹੜਾ ਭਾਂਬੜ ਆ, ਉਹ ਬਲ ਉੱਠਦਾ ਹੈ। ਫਰੀਦ ਜੀ ਕਹਿੰਦੇ ਹਨ, ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਧੱਕਾ ਸਿਰ ਜੁਲਾ ਜੇ ਤੂੰ ਪੀਰੀ ਮਲਨ। ਇਹੋ ਹੀ ਪ੍ਰੇਮ ਦੀ ਸਹਿਜ ਅਵਸਥਾ ਹੈ। ਜਦੋਂ ਇੱਕ ਵਾਰੀ ਪਤੀ ਪਰਮੇਸ਼ਵਰ ਨਾਲ ਮਿਲਾਪ ਹੋ ਜਾਂਦਾ ਹੈ, ਫਿਰ ਇੱਕ ਪਲ ਲਈ ਉਸਦਾ ਵਿਛੋੜਾ ਸਹਿਣਾ ਔਖਾ ਹੋ ਜਾਂਦਾ ਹੈ। ਜਿਸ ਦੇ ਨਾਲ ਸਾਡਾ ਪਿਆਰ ਪੈਦਾ ਹੋ ਜਾਂਦਾ ਹੈ, ਉਸ ਤੋਂ ਦੂਰ ਰਹਿਣਾ ਕੀ ਹੋ ਜਾਂਦਾ ਹੈ, ਔਖਾ ਹੋ ਜਾਂਦਾ ਹੈ। ਸ਼ੇਖ ਫਰੀਦ ਜੀ ਦੀ ਰਚਨਾ ਰੂਪਕ ਪੱਖ ਤੋਂ ਪੰਜਾਬੀ ਸਾਹਿਤ ਲਈ ਬਹੁਤ ਉੱਚਾ ਸਥਾਨ ਰੱਖਦੀ ਹੈ। ਆਪ ਪੰਜਾਬੀ ਬੋਲੀ ਦੇ ਪਹਿਲੇ ਕਵੀ ਹੋਏ ਹਨ ਜਿਨ੍ਹਾਂ ਨੇ ਪੰਜਾਬੀ ਇੰਨੀ ਸ਼ੁੱਧ ਮਾਂਝੀ ਸਵਾਰੀ ਹੋਈ ਲਿਖੀ ਹੈ। ਆਪ ਦੀ ਰਚਨਾ ਦੀ ਬੋਲੀ ਲੋਕ ਬੋਲੀ ਹੈ, ਲਹਿੰਦੀ ਪੰਜਾਬੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਲਹਿੰਦੀ ਪੰਜਾਬੀ ਕਿਹਾ ਜਾਂਦਾ ਹੈ। ਆਪ ਦੀ ਬੋਲੀ ਸ਼ਹਿਦ ਵਰਗੀ ਮਿੱਠੀ ਹੈ। ਆਪ ਦੂਸਰਿਆਂ ਨੂੰ ਵੀ ਮਿੱਠਾ ਬੋਲਣ ਦੀ ਪ੍ਰੇਰਨਾ ਦਿੰਦੇ ਸੀਗੇ ਅਤੇ ਆਪ ਦੀਆਂ ਰਚਨਾਵਾਂ ਦੇ ਵਿੱਚ ਹਿੰਦੀ ਸੰਕੇਤਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ। ਕੰਤ, ਸ਼ੋਹ, ਧਨ, ਵਰ, ਪੀਰ, ਮੀਰ ਇਹੋ ਜਿਹੇ ਸ਼ਬਦ ਜਿਹੜੇ ਕਿ ਹਿੰਦੀ ਦੇ ਸ਼ਬਦ ਨੇ, ਇਹਨਾਂ ਦੀ ਵਰਤੋਂ ਦੇਖਣ ਨੂੰ ਮਿਲਦੀ ਹੈ। ਆਪ ਦੀ ਰਚਨਾ ਦੇ ਵਿੱਚ ਅਰਬੀ ਫਾਰਸੀ ਅਤੇ ਤਸਬੀਹਾਂ ਵੀ ਹਨ, ਭਾਵ ਕਿ ਅਰਬੀ ਫਾਰਸੀ ਦੇ ਸ਼ਬਦ ਵੀ ਮਿਲਦੇ ਹਨ। ਇਸ ਪ੍ਰਕਾਰ ਫਰੀਦ ਜੀ ਨੇ ਸਲੋਕਾਂ ਵਿੱਚ ਸੰਜਮ ਸੰਖੇਪਤਾ ਦਾ ਗੁਣ ਵੀ ਧਾਰਨ ਕੀਤਾ ਹੈ। ਇਸ ਕਰਕੇ ਆਪ ਕਈ ਸਲੋਕ ਮੁਹਾਵਰੇ ਬਣ ਕੇ ਪ੍ਰਚਲਿਤ ਹੋ ਗਏ ਆਪਦੇ। ਅਤੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਏ ਜਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ। ਇਸ ਪ੍ਰਕਾਰ ਫਰੀਦ ਜੀ ਨੇ ਆਪਣੇ ਜੀਵਨ ਦੇ ਵਿੱਚ ਲੋਕਾਂ ਨੂੰ ਸਿੱਧੇ ਰਾਹ ਜਾਣ ਦੀ ਪ੍ਰੇਰਨਾ ਦਿੱਤੀ ਹੈ ਅਤੇ ਨਾਲ ਹੀ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਓਕੇ ਬੇਟਾ।